ਪਿਆਰੇ ਵਿਦਿਆਰਥੀਓ, ਅੱਜ ਅਸੀਂ 10ਵੀਂ ਜਮਾਤ ਸਮਾਜਿਕ ਸਿੱਖਿਆ ਦਾ ਪਾਠ ਨੰਬਰ 2 ਧਰਾਤਲ ਇਸ ਪਾਠ ਦੇ ਪ੍ਰਸ਼ਨ ਉੱਤਰ ਸਮਝਾਂਗੇ। ਪਹਿਲਾ ਪ੍ਰਸ਼ਨ ਹੈ, ਹਿਮਾਲਾ ਪਰਬਤ ਖੇਤਰ ਦੀ ਉਤਪਤੀ ਕਿਹੜੇ ਸਾਗਰ ਤੋਂ ਹੋਈ? ਬੇਟੇ, ਇੱਥੇ ਪਹਿਲਾਂ ਟੈਥੀਜ਼ ਨਾਮ ਦਾ ਇੱਕ ਸਾਗਰ ਹੁੰਦਾ ਸੀ। ਇੱਥੋਂ ਹੀ ਬਾਅਦ ਵਿੱਚ ਹਿਮਾਲਾ ਪਰਬਤ ਦੀ ਉਤਪਤੀ ਹੋਈ ਸੀ। ਹਿਮਾਲਾ ਦੀਆਂ ਪੂਰਬੀ ਸ਼ਾਖਾਵਾਂ ਨੂੰ ਕੀ ਕਿਹਾ ਜਾਂਦਾ ਹੈ? ਹਿਮਾਲਾ ਦੀਆਂ ਪੂਰਬੀ ਸ਼ਾਖਾਵਾਂ ਨੂੰ ਪੂਰਵਾਂਚਲ ਕਹਿੰਦੇ ਹਨ। ਪੰਜਾਬ ਵਿੱਚ ਖਾਦਰ ਦੇ ਮੈਦਾਨਾਂ ਨੂੰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ? ਬੇਟ। ਗੋਆ ਤੋਂ ਲੈ ਕੇ ਬੰਗਲੌਰ ਤੱਕ ਤੱਟਵਰਤੀ ਖੇਤਰ ਦਾ ਨਾਂ ਦੱਸੋ। ਮਾਲਾਬਾਰ ਤੱਟ। ਖਾਲੀ ਥਾਵਾਂ ਲਈ ਸਹੀ ਉੱਤਰ ਚੁਣੋ। ਭਾਰਤ ਦੇ ਪ੍ਰਾਚੀਨ ਪਰਬਤ ਦਾ ਨਾਮ ਅਰਾਵਲੀ ਪਰਬਤ ਹੈ। ਦੇਹਰਾਦੂਨ ਭਾਰਤ ਦੀ ਮੁੱਖ ਦੂਨ ਘਾਟੀ ਹੈ। ਧਰਤੀ ਦੇ ਹੇਠਲੇ ਭਾਗ ਵਿੱਚ ਬਣੇ ਥਲ ਰੂਪ ਨੂੰ ਡੈਲਟਾ ਕਹਿੰਦੇ ਹਨ। ਉੱਤਰੀ ਭਾਰਤ ਦੀਆਂ ਨਦੀਆਂ ਸਾਰਾ ਸਾਲ ਵਗਦੀਆਂ ਰਹਿੰਦੀਆਂ ਹਨ, ਕਿਉਂਕਿ ਇਹਨਾਂ ਨੂੰ ਪਾਣੀ ਹਿਮਾਲਾ ਪਰਬਤ ਤੋਂ ਜਿਹੜੀ ਪਿਘਲੀ ਹੋਈ ਬਰਫ਼ ਹੁੰਦੀ ਹੈ ਉਹ ਮਿਲਦਾ ਰਹਿੰਦਾ ਹੈ। ਉੱਤਰੀ ਵਿਸ਼ਾਲ ਮੈਦਾਨ ਨਦੀਆਂ ਵੱਲੋਂ ਲਿਆਂਦੀ ਉਪਜਾਊ ਮਿੱਟੀ ਨਾਲ ਬਣੇ ਹਨ। ਭਾਰਤ ਵਿੱਚ ਵਿਸ਼ਾਲ ਮੈਦਾਨ ਪੂਰੇ ਦੇਸ਼ ਲਈ ਅੰਨ ਦਾ ਭੰਡਾਰ ਹਨ। ਭਾਰਤ ਦਾ ਜਿਹੜਾ ਵਿਸ਼ਾਲ ਮੈਦਾਨ ਹੈ, ਇੱਥੇ ਕਣਕ, ਝੋਨੇ ਅਤੇ ਗੰਨੇ ਦੀ ਖੇਤੀ ਕੀਤੀ ਜਾਂਦੀ ਹੈ ਅਤੇ ਜਿਹੜਾ ਇੱਥੇ ਅਨਾਜ ਪੈਦਾ ਕੀਤਾ ਜਾਂਦਾ ਹੈ ਇਹ ਸਾਰੇ ਦੇਸ਼ ਦੇ ਵਿੱਚ ਭੇਜਿਆ ਜਾਂਦਾ ਹੈ। ਸਹੀ ਉੱਤਰ ਦਾ ਮਿਲਾਨ ਕਰੋ। ਪੰਜਾਬ, ਚੰਡੀਗੜ੍ਹ। ਚਿਲਕਾ ਝੀਲ ਉੜੀਸਾ ਵਿੱਚ ਹੈ। ਲਕਸ਼ਦੀਪ ਇੱਕ ਭਾਰਤੀ ਦੀਪ ਦਾ ਨਾਮ ਹੈ। ਇੰਦਰਾ ਪੁਆਇੰਟ ਦੱਖਣ ਦੇ ਵਿੱਚ ਸੀਮਾ ਬਿੰਦੂ ਹੈ, ਯਾਨੀ ਕਿ ਦੱਖਣ ਦਾ ਆਖਰੀ ਸਿਰਾ। ਸ਼ਿਪਕਿਲਾ ਇੱਕ ਦਰੇ ਦਾ ਨਾਮ ਹੈ। ਟੈਥੀਜ਼ ਸਾਗਰ ਜਾਂ ਸਮੁੰਦਰ ਜਿੱਥੋਂ ਬਾਅਦ ਵਿੱਚ ਹਿਮਾਲਾ ਪਰਬਤ ਦੀ ਉਤਪਤੀ ਹੋਈ। ਪ੍ਰਾਚੀਨ ਪਰਬਤ ਅਰਾਵਲੀ। ਅਰਾਵਲੀ ਸਾਡੇ ਦੇਸ਼ ਦਾ ਸਭ ਤੋਂ ਪੁਰਾਣਾ ਪਰਬਤ ਹੈ। ਸਹੀ ਜਾਂ ਠੀਕ ਦਾ ਨਿਸ਼ਾਨ ਲਗਾਓ ਅਤੇ ਗਲਤ ਲਈ ਗਲਤ ਦਾ ਨਿਸ਼ਾਨ ਲਗਾਓ। ਹਿਮਾਲਾ ਪਰਬਤ ਹਿੰਦ ਮਹਾਸਾਗਰ ਤੱਕ ਫੈਲੇ ਹੋਏ ਹਨ। ਗਲਤ। ਹਿਮਾਲਾ ਪਰਬਤ ਹਿੰਦ ਮਹਾਸਾਗਰ ਨੂੰ ਛੂੰਹਦੇ ਨਹੀਂ ਹਨ। ਉੱਤਰ ਭਾਰਤ ਦੀਆਂ ਨਦੀਆਂ ਸਾਰਾ ਸਾਲ ਵਗਦੀਆਂ ਹਨ। ਬਿਲਕੁਲ ਠੀਕ ਹੈ, ਕਿਉਂਕਿ ਉੱਤਰ ਭਾਰਤ ਦੀਆਂ ਨਦੀਆਂ ਨੂੰ ਹਿਮਾਲਾ ਪਰਬਤ ਦੀ ਪਿਘਲਦੀ ਹੋਈ ਬਰਫ਼ ਦਾ ਪਾਣੀ ਮਿਲਦਾ ਰਹਿੰਦਾ ਹੈ। ਅਰਾਵਲੀ ਪਰਬਤ ਸ਼੍ਰੇਣੀ ਦੱਖਣ ਵਿੱਚ ਸਥਿਤ ਹੈ। ਗਲਤ। ਅਰਾਵਲੀ ਪਰਬਤ ਰਾਜਸਥਾਨ ਵਿੱਚ ਹੈ ਅਤੇ ਇਹ ਪੱਛਮ ਵਿੱਚ ਹੈ। ਨਦੀ ਦੇ ਹੇਠਲੇ ਭਾਗ ਵਿੱਚ ਬਣੇ ਥਲ ਰੂਪ ਨੂੰ ਡੈਲਟਾ ਕਹਿੰਦੇ ਹਨ। ਬਿਲਕੁਲ ਠੀਕ ਹੈ। ਜਦੋਂ ਕੋਈ ਨਦੀ ਸਮੁੰਦਰ ਵਿੱਚ ਡਿੱਗਣ ਲੱਗਦੀ ਹੈ ਤਾਂ ਉਹ ਡੈਲਟੇ ਦੇ ਆਕਾਰ ਦੇ ਵਿੱਚ ਉੱਥੇ ਮਲਬਾ ਇਕੱਠਾ ਕਰ ਦਿੰਦੀ ਹੈ, ਤਿਕੋਣ ਦੇ ਆਕਾਰ ਵਿੱਚ, ਅਤੇ ਇਸ ਨੂੰ ਅਸੀਂ ਡੈਲਟਾ ਕਹਿੰਦੇ ਹਾਂ। ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਇੱਕ ਜਾਂ ਦੋ ਸ਼ਬਦਾਂ ਵਿੱਚ ਦਿਓ। ਭਾਰਤ ਦੇ ਜਵਾਨ ਪਰਬਤ ਦਾ ਨਾਮ ਦੱਸੋ। ਹਿਮਾਲਾ ਪਰਬਤ ਅਤੇ ਪ੍ਰਾਚੀਨ ਪਰਬਤ ਕਿਹੜਾ ਸੀ? ਅਰਾਵਲੀ ਪਰਬਤ। ਚਿਲਕਾ ਝੀਲ ਕਿਸ ਰਾਜ ਵਿੱਚ ਹੈ? ਉੜੀਸਾ ਵਿੱਚ। ਮਾਊਂਟ ਐਵਰੈਸਟ ਦੀ ਉਚਾਈ। ਮਾਊਂਟ ਐਵਰੈਸਟ ਸੰਸਾਰ ਦੀ ਸਭ ਤੋਂ ਉੱਚੀ ਪਰਬਤ ਚੋਟੀ ਹੈ ਅਤੇ ਇਸ ਦੀ ਉਚਾਈ 8,848 ਮੀਟਰ ਹੈ। ਥਾਰ ਮਾਰੂਥਲ ਤੇ ਇੱਕ ਭੂਗੋਲਿਕ ਨੋਟ ਲਿਖੋ। ਬੇਟੇ, ਥਾਰ ਮਾਰੂਥਲ ਜਿਹੜਾ ਹੈ ਇਹ ਪੱਛਮ ਭਾਰਤ ਦੇ ਵਿੱਚ ਰਾਜਸਥਾਨ ਦੇ ਵਿੱਚ ਇੱਕ ਰੇਗਿਸਤਾਨ ਹੈ। ਪੰਜਾਬ ਅਤੇ ਹਰਿਆਣਾ ਦੇ ਦੱਖਣੀ ਭਾਗਾਂ ਤੋਂ ਲੈ ਕੇ ਗੁਜਰਾਤ ਦੇ ਰਣ ਆਫ ਕੱਛ ਤੱਕ ਫੈਲਿਆ ਹੋਇਆ ਹੈ। ਖੁਸ਼ਕ ਅਤੇ ਸਮਤਲ ਭਾਗ ਹੈ। ਇਸ ਨੂੰ ਥਾਰ ਦਾ ਮਾਰੂਥਲ ਕਹਿੰਦੇ ਹਨ। ਅਰਾਵਲੀ ਪਰਬਤ ਸ਼੍ਰੇਣੀ ਇਸ ਦੀ ਪੂਰਬੀ ਸੀਮਾ ਬਣਾਉਂਦੀ ਹੈ। ਪੱਛਮ ਵਾਲੇ ਪਾਸੇ ਅੰਤਰਰਾਸ਼ਟਰੀ ਸੀਮਾ ਲੱਗਦੀ ਹੈ। ਇਹ ਮੈਦਾਨ ਲਗਭਗ 640 ਕਿਲੋਮੀਟਰ ਲੰਬਾ ਅਤੇ 300 ਕਿਲੋਮੀਟਰ ਚੌੜਾ ਹੈ। ਇਸ ਦਾ ਖੇਤਰਫਲ
1,75,000 ਵਰਗ ਕਿਲੋਮੀਟਰ ਹੈ। ਇਸ ਦੀ ਸਮੁੰਦਰ ਤਲ ਤੋਂ ਉਚਾਈ 120 ਮੀਟਰ ਤੋਂ ਲੈ ਕੇ 150 ਮੀਟਰ ਤੱਕ ਹੈ। ਹਿਮਾਲਾ ਦੀਆਂ ਪੂਰਬੀ ਸ਼ਾਖਾਵਾਂ ਦਾ ਵਰਣਨ ਕਰੋ। ਹਿਮਾਲਾ ਪਰਬਤ ਇੱਕ ਬਹੁਤ ਹੀ ਲੰਬਾ ਅਤੇ ਉੱਚਾ ਪਰਬਤ ਹੈ। ਇਹਨਾਂ ਸ਼ਾਖਾਵਾਂ ਨੂੰ ਪੂਰਵਾਂਚਲ ਕਿਹਾ ਜਾਂਦਾ ਹੈ। ਪੂਰਬੀ ਸ਼ਾਖਾਵਾਂ ਨੂੰ ਪੂਰਵਾਂਚਲ ਦਾ ਨਾਮ ਲਿਆ ਜਾਂਦਾ ਹੈ। ਅਰੁਣਾਚਲ ਪ੍ਰਦੇਸ਼ ਵਿੱਚ ਬ੍ਰਹਮਪੁੱਤਰ ਦਰਿਆ ਦੇ ਦਹਾਂਗ ਖੱਡ ਤੋਂ ਸ਼ੁਰੂ ਹੋ ਕੇ ਇਹ ਲੜੀਆਂ ਅਗਕਾਨ ਯੋਮ ਪਰਬਤੀ ਲੜੀਆਂ ਰਾਹੀਂ ਪੂਰਬੀ ਭਾਰਤ ਅਤੇ ਮਿਆਂਮਾਰ ਦੀ ਸੀਮਾ ਬਣਾਉਂਦੀਆਂ ਹੋਈਆਂ ਦੋ ਹਿੱਸਿਆਂ ਵਿੱਚ ਵੰਡੀਆਂ ਜਾਂਦੀਆਂ ਹਨ। ਇੱਕ ਉਪ ਸ਼ਾਖਾ ਗੰਗਾ ਬ੍ਰਹਮਪੁੱਤਰ ਦੁਆਰਾ ਨਿਰਮਿਤ ਬੰਗਲਾਦੇਸ਼ ਦੇ ਮੈਦਾਨਾਂ ਤੱਕ ਪਹੁੰਚਦੀ ਹੈ। ਇਸ ਵਿੱਚ ਡਫਾਥਮ, ਪਟਕੋਈ ਗਾਰੋ ਅਤੇ ਪ੍ਰਾਂਸੀ ਦੀਆਂ ਪਹਾੜੀਆਂ ਸਥਿਤ ਹਨ। ਦੂਜੀ ਸ਼ਾਖਾ ਪਟਕੋਈ ਥੰਮ ਤੋਂ ਸ਼ੁਰੂ ਹੋ ਕੇ ਨਾਗਾ ਪਰਬਤ ਲੁਸਾਈ ਰਾਹੀਂ ਹੁੰਦੀਆਂ ਹੋਈਆਂ ਇਰਾਵਦੀ ਦੇ ਡੈਲਟੇ ਤੱਕ ਪਹੁੰਚਦੀਆਂ ਹਨ। ਹਿਮਾਲਾ ਪਰਬਤ ਦੀਆਂ 4 ਵਿਸ਼ੇਸ਼ਤਾਵਾਂ ਦੱਸੋ। ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਇਸ ਦਾ ਜਨਮ ਅੱਜ ਤੋਂ 400 ਲੱਖ ਸਾਲ ਪਹਿਲਾਂ ਹੋਇਆ ਸੀ। ਭਾਰਤ ਦੇ ਪੱਛਮ ਤੋਂ ਪੂਰਬ ਤੱਕ ਇਹ ਇੱਕ ਉਤਕਲ ਚਾਪ ਦੀ ਤਰ੍ਹਾਂ ਫੈਲਿਆ ਹੋਇਆ ਹੈ, ਲਗਭਗ 1500 ਕਿਲੋਮੀਟਰ ਅੰਦਾਜ਼ਨ। ਹਿਮਾਲਾ ਪਰਬਤ ਦੀ ਭਾਰਤ ਵੱਲ ਦੀ ਦੱਖਣੀ ਜਿਹੜੀ ਢਲਾਨ ਹੈ ਇਹ ਬਹੁਤ ਤਿੱਖੀ ਹੈ। ਉਚਾਈ ਦੇ ਆਧਾਰ ਤੇ ਇਹਨਾਂ ਨੂੰ ਉੱਤਰ ਤੋਂ ਦੱਖਣ ਵੱਲ 5 ਉਪ ਭਾਗਾਂ ਵਿੱਚ ਵੰਡਿਆ ਗਿਆ ਹੈ। ਇਹਨਾਂ ਪਰਬਤਾਂ ਵਿੱਚ ਬਹੁਤ ਹੀ ਸਿਹਤਵਰਧਕ ਅਤੇ ਰਮਣੀਕ ਥਾਵਾਂ ਹਨ ਜਿੱਥੇ ਲੋਕ ਹਰ ਸਾਲ ਗਰਮੀ ਦੀ ਛੁੱਟੀਆਂ ਦੇ ਵਿੱਚ ਘੁੰਮਣ ਫਿਰਨ ਲਈ ਜਾਂਦੇ ਹਨ। ਉੱਤਰ ਦੇ ਵਿਸ਼ਾਲ ਮੈਦਾਨਾਂ ਵਿੱਚ ਕਿਹੜੇ-ਕਿਹੜੇ ਜਲੋਢੀ ਮੈਦਾਨਾਂ ਦਾ ਨਿਰਮਾਣ ਹੋਇਆ ਹੈ। ਉੱਤਰ ਦਾ ਮੈਦਾਨ ਸਾਡੇ ਧਰਾਤਲ ਦਾ ਇੱਕ ਮਹੱਤਵਪੂਰਨ ਮੈਦਾਨ ਹੈ ਜਿਸ ਦਾ ਨਿਰਮਾਣ ਉੱਤਰ ਭਾਰਤ ਦੀਆਂ ਨਦੀਆਂ ਦੇ ਦੁਆਰਾ ਲਿਆਂਦੀ ਗਈ ਜਲੋਢੀ ਮਿੱਟੀ ਤੋਂ ਹੋਇਆ ਹੈ ਤੇ ਇਸ ਦੇ ਅਸੀਂ ਕੁਝ ਭਾਗ ਅੱਗੋਂ ਵੰਡੇ ਹੋਏ ਹਨ। ਸਭ ਤੋਂ ਪਹਿਲਾਂ ਖਾਦਰ ਦੇ ਮੈਦਾਨ। ਉੱਤਰ ਪ੍ਰਦੇਸ਼, ਬਿਹਾਰ ਅਤੇ ਪੱਛਮੀ ਬੰਗਾਲ ਦੇ ਦਰਿਆਵਾਂ ਵਿੱਚ ਹਰੇਕ ਸਾਲ ਹੜ੍ਹ ਆ ਜਾਂਦਾ ਹੈ ਤੇ ਜਿਸ ਕਾਰਨ ਜਿਹੜੀਆਂ ਮਿੱਟੀ ਦੀਆਂ ਨਵੀਆਂ ਤਹਿਆਂ ਵਿੱਚ ਜਾਂਦੀਆਂ ਹਨ ਉਸ ਤੋਂ ਇਸ ਮੈਦਾਨ ਦਾ ਨਿਰਮਾਣ ਹੁੰਦਾ ਹੈ। ਅਜਿਹੇ ਦਰਿਆਵਾਂ ਦੀਆਂ ਹੜ੍ਹ ਵਾਲੇ ਖੇਤਰਾਂ ਨੂੰ ਖਾਦਰ ਦੇ ਮੈਦਾਨ ਕਹਿੰਦੇ ਹਨ। ਪੰਜਾਬ ਵਿੱਚ ਅਜਿਹੇ ਮੈਦਾਨੀ ਭਾਗ ਨੂੰ ਕਹਿੰਦੇ ਹਨ ਬੇਟ। ਬਾਂਗਰ ਦੇ ਮੈਦਾਨ। ਉੱਚੀ ਮੈਦਾਨੀ ਖੇਤਰ ਜਿੱਥੋਂ ਹੜ੍ਹਾਂ ਰਾਹੀਂ ਦਰਿਆਵਾਂ ਦਾ ਪਾਣੀ ਨਹੀਂ ਪਹੁੰਚ ਸਕਦਾ ਅਤੇ ਇੱਥੇ ਪੁਰਾਣੀ ਜੰਮੀ ਤਲਛਟ ਵਿੱਚ ਚੂਨੇ ਦੇ ਪੱਥਰ ਤਾਂ ਜ਼ਿਆਦਾ ਮਿਲਦੇ ਹਨ। ਬਾਂਗਰ ਦੇ ਇਲਾਕੇ ਕਿਹਾ ਜਾਂਦਾ ਹੈ। ਪੰਜਾਬ, ਹਰਿਆਣਾ ਅਤੇ ਉੱਤਰਾਖੰਡ ਵਿੱਚ ਇਹਨਾਂ ਨੂੰ ਰੇਹ, ਕੱਲਰ ਜਾਂ ਢਾਇਆ ਵੀ ਕਿਹਾ ਜਾਂਦਾ ਹੈ। ਭਾਂਬਰ ਦੇ ਮੈਦਾਨ। ਜਦੋਂ ਉੱਤਰ ਭਾਰਤ ਦੇ ਦਰਿਆ ਸ਼ਿਵਾਲਿਕ ਪਹਾੜੀ ਨੂੰ ਛੱਡ ਕੇ ਇੱਕਦਮ ਪੱਧਰੇ ਇਲਾਕੇ ਵਿੱਚ ਪ੍ਰਵੇਸ਼ ਕਰਦੇ ਹਨ ਤਾਂ ਆਪਣੇ ਨਾਲ ਲਿਆਂਦੀ ਰੇਤ, ਕੰਕਰ, ਮਿੱਟੀ, ਬਜਰੀ, ਪੱਥਰ ਤੇ ਗੀਟੇ ਆਦਿ ਦੇ ਜਮਾਅ ਨਾਲ ਮੈਦਾਨ ਹੋਂਦ ਵਿੱਚ ਆਉਂਦੇ ਹਨ। ਇਹਨਾਂ ਨੂੰ ਅਸੀਂ ਭਾਂਬਰ ਦਾ ਮੈਦਾਨ ਕਹਿੰਦੇ ਹਾਂ। ਇਹਨਾਂ ਨੂੰ ਘਾਹ ਦੇ ਮੈਦਾਨ ਵੀ ਕਿਹਾ ਜਾਂਦਾ ਹੈ। ਉਪਰੋਕਤ ਤੋਂ ਇਲਾਵਾ ਉੱਤਰ ਵਿਸ਼ਾਲ ਮੈਦਾਨਾਂ ਵਿੱਚ ਤਰਾਈ ਦੇ ਮੈਦਾਨ ਅਤੇ ਬੰਜਰ ਦੇ ਮੈਦਾਨ ਵੀ ਪਾਏ ਜਾਂਦੇ ਹਨ। ਤੋ ਬੇਟਾ ਇਹਨਾਂ ਪ੍ਰਸ਼ਨ ਉੱਤਰਾਂ ਨੂੰ ਤੁਸੀਂ ਆਪਣੀ ਕਾਪੀਆਂ ਤੇ ਲਿਖ ਲਓ ਅਤੇ ਇਹਨਾਂ ਨੂੰ 2 ਜਾਂ 3 ਵਾਰ ਪੜ੍ਹ ਕੇ ਸਮਝਣ ਦੀ ਕੋਸ਼ਿਸ਼ ਕਰੋ। ਧੰਨਵਾਦ।